प्यारे किसान वीरों ते भैनों, खेती ਦੀਆਂ ਸਮੱਸਿਆਵਾਂ ਦਾ ਜੇਕਰ ਜ਼ਿਕਰ ਕਰੀਏ ਤੇ ਬੇਅੰਤ ਸਮੱਸਿਆਵਾਂ ਨੇ। ਆਪਾਂ ਨਿਤ ਸਮੱਸਿਆਵਾਂ ਨਾਲ ਜੂਝਨੇ ਆ, ਪਰ ਜੇ ਅਸੀਂ ਪੰਜਾਬ ਦੇ ਬਾਰਡਰ ਦੇ ਇਲਾਕੇ ਦੀ ਗੱਲ ਕਰੀਏ, ਉਹ ਇਲਾਕੇ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਨੇ, ਉਹਨਾਂ ਇਲਾਕਿਆਂ ਦੀਆਂ ਸਮੱਸਿਆਵਾਂ ਵੀ ਵੱਖਰੀਆਂ ਨੇ। ਉਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਜਾਣਨ ਵਾਸਤੇ ਅਸੀਂ ਅੱਜ ਆਏ ਹਾਂ ਪਿੰਡ ਰੋਸੇ, ਬਲਾਕ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ। ਬਿਲਕੁਲ ਬਾਰਡਰ ਦੇ ਲਾਗੇ, ਤਾਰਾਂ ਦੇ ਲਾਗੇ ਆਪਾਂ ਖੜੇ ਹਾਂ ਤੇ ਇਹ ਕਿਸਾਨਾਂ ਦੀਆਂ ਸਮੱਸਿਆਵਾਂ ਵਿਲੱਖਣ ਨੇ, ਆਪਾਂ ਨੂੰ ਸੁਣਨੀਆਂ ਚਾਹੀਦੀਆਂ। ਤੇ ਇਸ ਮਾਧਿਅਮ ਰਾਹੀਂ ਜਦੋਂ ਇਹਨਾਂ ਸਮੱਸਿਆਵਾਂ ਨੂੰ ਆਪਾਂ ਉਜਾਗਰ ਕਰਾਂਗੇ ਤੇ ਆਸ ਕਰਨੇ ਆ ਕਿਤੇ ਨਾ ਕਿਤੇ ਇਹਨਾਂ ਸਮੱਸਿਆਵਾਂ ਦਾ ਹੱਲ ਵੀ ਨਿਕਲਣ ਦੀ ਕੋਸ਼ਿਸ਼ ਹੋ ਸਕਦੀ ਹੈ। ਸੋ ਇਸੇ ਕਰਕੇ ਆਏ ਆਪਾਂ ਕਿਸਾਨਾਂ ਨਾਲ ਗੱਲਾਂ ਕਰਨੇ ਆ, ਉਹਨਾਂ ਦੀ ਸਮੱਸਿਆਵਾਂ ਸੁਣਨੇ ਆ ਤੇ ਫਿਰ ਖੇਤੀ ਦੀ ਨਵੀਂ ਨੁਹਾਰ ਦੀ ਗੱਲ ਵੀ ਕਰਨੇ ਆ। मैं कमलजीत सिंह बोलन डਿਆ पिंड रोसे तो ਜ਼ਿਲ੍ਹਾ ਗੁਰਦਾਸਪੁਰ। ਅਸੀਂ ਬਾਰਡਰ ਏਰੀਆ 'ਚ ਰਹਿੰਦੇ ਹਾਂ, ਬਿਲਕੁਲ ਕੰਢੇ 'ਤੇ ਬੈਠੇ ਹਾਂ ਬਾਰਡਰ 'ਤੇ। ਅਖੀਰੀ ਪਿੰਡ ਸਾਡਾ ਰੋਸਾ ਹੀ ਹੈ, ਉਦੋਂ ਅੱਗੇ ਕੋਈ ਪਿੰਡ ਨਹੀਂ ਹੈ ਅਤੇ ਸਾਨੂੰ ਕੋਈ ਇੱਧਰ ਸਹੂਲਤ ਨਹੀਂ ਦਿੱਤੀ ਜਾਂਦੀ। ਜਿੱਦਾਂ ਇੰਨੀ ਬੇਰੁਜ਼ਗਾਰੀ ਆ, ਕੋਈ ਇੱਥੇ ਮਿਲ ਨਹੀਂ, ਕੋਈ ਸ਼ੂਗਰ ਮਿਲ ਨਹੀਂ, ਕੋਈ ਦੂਜੀ ਕਾਲਜ ਨਹੀਂ ਚੰਗਾ, ਸਭ ਕੋਈ ਹੌਸਪੀਟਲ ਨਹੀਂ। ਸਾਡੇ ਬੱਚੇ ਨਹੀਂ ਪੜ੍ਹਦੇ ਇੱਥੇ ਚੱਜ ਨਾਲ, ਕਿਸੇ ਕੋਲ ਆਉਣ ਜਾਣ ਦਾ ਸਾਧਨ ਨਹੀਂ। ਕੋਈ ਬੰਦਾ ਬਿਮਾਰ ਹੋ ਜਾਂਦਾ, ਕਾਨੌਰ ਤੱਕ ਜਾਂਦੇ ਉਹਦੀ ਡੈਥ ਹੋ ਜਾਂਦੀ ਹੈ। ਖੇਤੀ ਸਾਡੇ ਵੇਖੋ ਐਰਕਾਂ ਅਸੀਂ ਬੀਜ ਲਾ ਚੁੱਕੇ ਹਾਂ 121, ਉਹ ਸਾਰੇ ਤਕਰੀਬਨ ਸਾਰੀ ਖਰਾਬ ਹੋ ਗਈ ਹੈ ਖੇਤੀ। ਉਹ ਹੁਣ ਵਾਹੁਣ ਵਾਲੇ ਹੋ ਗਏ ਝੋਨੇ ਸਾਰੇ। ਉਹ ਜੀ ਸਰਕਾਰਾਂ ਕਹਿੰਦੀਆਂ ਨੇ ਵੀ ਝੋਨੇ ਕਣਕ ਤੋਂ ਨਿਕਲੋ ਬਾਹਰ ਹੋ, ਹੋਰ ਕੋਈ ਫਸਲਾਂ ਬੀਜੋ। ਕਿਹੜੀ ਫਸਲ ਬੀਜੀ? ਜੇ ਅਸੀਂ ਗੰਨਾ ਇੱਧਰ ਬੀਜਦੇ ਹਾਂ, ਕੋਈ ਮਿਲ ਨਹੀਂ ਲਾਗੇ, 50-60 ਕਿਲੋਮੀਟਰ ਤੋਂ ਲਾਗੇ ਕੋਈ ਮਿਲ ਨਹੀਂ ਗਈ। ਗੰਨਾ ਵੀ ਕਿੱਥੇ ਖੜੀ ਹੈ, ਏਡੀ ਦੂਰ ਅਸੀਂ ਖੜ ਨਹੀਂ ਸਕਦੇ। ਅਤੇ ਕਿੱਦਾਂ ਕੋਈ ਮਿਲ ਲੱਗ ਗਿਆ, ਸਾਡੇ ਕਲਾਨੌਰ ਮਿਲ ਹੋਏ, ਅਸੀਂ ਗੰਨਾ ਵੀ ਇੱਥੇ ਬੀਜ ਸਕਦੇ ਹਾਂ, ਇੱਥੇ ਖੜ ਵੀ ਸੌਖੇ ਤਰੀਕੇ ਨਾਲ ਸਕਦੇ ਹਾਂ ਜੀ। ਝੋਨਾ ਹੁਣ ਆਣ ਕੇ ਭਾਵੇਂ ਖੇਤੀਬਾੜੀ ਵਾਲੇ ਵੇਖ ਲੈਣ, 121 ਬਿਲਕੁਲ ਖਰਾਬ ਹੋ ਗਏ ਝੋਨੇ, ਜਿੰਨੇ ਬੀਜ ਨੇ ਸਾਰਾ ਖਰਾਬ ਹੋ ਗਿਆ 121। ਅਸੀਂ ਮੰਗ ਇਹ ਕਰਦੇ ਹਾਂ ਵੀ ਸਾਨੂੰ ਇੱਥੇ ਕੋਈ ਨਾ ਕੋਈ ਵੱਡਾ ਕੋਈ ਉਦਯੋਗ ਲੱਗੇ ਕਲਾਨੌਰ, ਜਿੱਦਾਂ ਇੰਨੀ ਪੈਲੀ ਹੈ, ਮੇਲ ਸ਼ੂਗਰ ਮਿਲ ਲੱਗੇ ਜਾਂ ਕੋਈ ਇੰਡਸਟਰੀ ਚੰਗੀ ਵਧੀਆ ਲੱਗੇ। ਜੋ ਇੰਡਸਟਰੀਆਂ ਸਾਰੀਆਂ ਕੋਈ ਫਰੀਦਕੋਟ, ਕੋਈ ਬਠਿੰਡੇ, ਸਾਰੀਆਂ ਆਪਣੇ ਇਲਾਕੇ 'ਚ ਲੈ ਜਾਂਦੇ ਨੇ। ਕੋਈ ਇੱਧਰ ਬਾਰਡਰ 'ਤੇ ਕੋਈ ਇਹੋ ਜਿਹੀ ਸਹੂਲਤ ਨਹੀਂ ਗੀ। ਮੇਰਾ ਨਾਮ ਸਰਦਾਰ ਦਲਜੀਤ ਸਿੰਘ, ਪਿੰਡ ਰੋਸੇ ਤੋਂ ਸੰਬੰਧਿਤ ਹਾਂ। ਜੋ ਮੇਨ ਸਮੱਸਿਆ ਸਾਡੇ ਪਿੰਡ ਦੀ, ਕਲਾਨੌਰ ਤੋਂ ਲੈ ਕੇ ਸਾਡੇ ਪਿੰਡ ਤੱਕ ਇਹ ਰਸਤਾ ਬਹੁਤ ਘੱਟ ਚੌੜਾ ਹੈ। ਸੋ ਸਾਡੀ ਸਰਕਾਰ ਕੋਲ ਮੁੱਖ ਮੰਗ ਹੈ ਕਿ ਇਸ ਰਸਤੇ ਨੂੰ ਚੌੜਾ ਕੀਤਾ ਜਾਵੇ, ਦੋ ਮਾਰਗੀ ਬਣਾਇਆ ਜਾਵੇ, ਤਾਂ ਜੋ ਚੀਜ਼ਾਂ ਜੋ ਉੱਧਰੋਂ ਆਉਂਦੀਆਂ ਇਸ ਬੰਨੇ ਤੋਂ ਜਾਂਦੀ ਉਹ ਆਪਸ ਕਰਾਸ ਹੋ ਸਕੇ। ਸੋ ਸਭ ਤੋਂ ਸਾਡੀ ਵੱਡੀ ਸਮੱਸਿਆ ਇਹ ਹੈ। ਸੋ ਸਾਡੀ ਮੁੱਖ ਮੰਗ ਹੈ ਕਿ ਸਾਨੂੰ ਸਿਹਤ ਪੱਖੋਂ ਕੋਈ ਵਧੀਆ ਕਾਲਜ, ਸਿਹਤ ਸਹੂਲਤਾਂ ਦਿੱਤੀਆਂ ਜਾਣ। ਐਜੂਕੇਸ਼ਨ ਪੱਖੋਂ ਵੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕੋਈ ਵਧੀਆ ਕਾਲਜ ਦਿੱਤਾ ਜਾਵੇ। ਇਹ ਦੋ ਮੰਗਾਂ ਜੋ ਹਨ ਸਾਡੀਆਂ ਮੁੱਖ ਹਨ, ਕਿਉਂਕਿ ਸਿਹਤ ਜੇਕਰ ਸਾਡੀ ਚੰਗੀ ਹੋਵੇਗੀ, ਐਜੂਕੇਸ਼ਨ ਸਾਡੀ ਚੰਗੀ ਹੋਵੇਗੀ ਤਾਂ ਅਸੀਂ ਚੰਗਾ ਸਮਾਜ ਸਿਰ ਸਕਦੇ ਹਾਂ। ਸੋ ਸਾਡੀ ਸਰਕਾਰ ਕੋਲ ਮੁੱਖ ਮੰਗ ਹੈ ਕਿ ਸਾਡੀ ਐਜੂਕੇਸ਼ਨ ਵੱਲ ਕੋਈ ਵਧੀਆ ਕਾਲਜ ਅਤੇ ਸਿਹਤ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ। ਜਿਸ ਤਰ੍ਹਾਂ ਆਪਾਂ ਇੱਥੋਂ ਸਾਨੂੰ 7 ਕਿਲੋਮੀਟਰ ਕਲਾਨੌਰ ਦਾ ਰਸਤਾ ਹੈ। 7 ਕਿਲੋਮੀਟਰ ਆਪਾਂ ਰਾਤ ਨਹੀਂ ਜਾ ਸਕਦੇ ਹਾਂ। ਸਾਡਾ ਕੋਈ ਆਵਾਜਾਈ ਦਾ ਵੀ ਸਾਧਨ ਨਹੀਂ ਹੈ। ਕਮ ਸੇ ਕਮ ਵੀ ਤਾਂ 70% ਜੋ ਜਨਤਾ ਹੈ ਉਹ ਗਰੀਬ ਤਬਕੇ ਨਾਲ ਸੰਬੰਧ ਰੱਖਦੀ ਹੈ। ਹਰ ਇਨਸਾਨ ਕੋਲ ਸਾਧਨ ਨਹੀਂ ਹੈ। ਤੋ ਵਧੀਆ ਡਾਕਟਰ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਪ੍ਰਾਈਵੇਟ ਲੁੱਟ ਖਸੁੱਟ ਤੋਂ ਵੀ ਬਚ ਸਕੀਏ, ਮਹਿੰਗੇ ਟੈਸਟਾਂ ਤੋਂ ਬਚ ਸਕੀਏ। ਇਸ ਕਰਕੇ ਸਾਡੀ ਮੁੱਖ ਮੰਗ ਜਿਹੜੀ ਹੈ ਕਿ ਉਹ ਇੱਥੇ ਵਧੀਆ ਕੋਈ ਕਾਲਜ, ਹੌਸਪੀਟਲ ਖੋਲ੍ਹਿਆ ਜਾਵੇ। ਮੈਂ ਹਰਜਿੰਦਰ ਸਿੰਘ, ਸਾਡਾ ਪਿੰਡ ਜਿਹੜਾ ਹੈ ਬਿਲਕੁਲ ਬਾਰਡਰ 'ਤੇ ਸਥਿਤ ਹੈ, ਪਹਿਲਾ ਪਿੰਡ ਹੈ ਬਾਰਡਰ 'ਤੇ। ਸਾਡੇ ਵਾਸਤੇ ਕੋਈ ਵੀ ਰਿਜ਼ਰਵੇਸ਼ਨ ਨਹੀਂ ਗਈ। ਬਾਰਡਰ ਏਰੀਏ ਵਾਸਤੇ ਰਿਜ਼ਰਵੇਸ਼ਨ ਜ਼ਰੂਰ ਚਾਹੀਦੀ ਹੈ ਸਾਡੇ ਬੱਚਿਆਂ ਵਾਸਤੇ ਨੌਕਰੀਆਂ ਲਈ। ਦੂਸਰੀ ਸਮੱਸਿਆ ਜਿਹੜੀ ਹੁਣ ਇਸ ਸਾਲ ਸਾਨੂੰ ਖੇਤੀ ਵਾਸਤੇ ਬਹੁਤ ਜ਼ਿਆਦਾ ਆਈ ਆ, ਝੋਨੇ ਦੀ ਫਸਲ ਨੂੰ ਜਿਹੜੀ ਬਿਮਾਰੀ ਲੱਗੀ ਆ, ਉਸ ਵਾਸਤੇ ਸਾਡੇ ਕੋਲ ਕੋਈ ਮਾਹਰ ਨਹੀਂ ਪੁੱਜੇ, ਕੋਈ ਸਰਕਾਰ ਵੱਲੋਂ ਸਾਨੂੰ ਸਹਾਇਤਾ ਨਹੀਂ ਦਿੱਤੀ ਗਈ। ਹੁਣ ਵੀ ਆ ਕੇ ਫਸਲ ਵਿੱਚ ਵੇਖੀ ਜਾਏ, ਝੋਨੇ ਦੀ ਫਸਲ ਜਿਹੜੀ ਹੈ ਬਿਲਕੁਲ ਤਬਾਹ ਹੋ ਗਈ ਆ। ਫਸਲ ਵਾਸਤੇ ਸਪਰੇਅ ਵਾਸਤੇ ਦਵਾਈਆਂ ਜਿਹੜੀਆਂ ਉਹ ਸਰਕਾਰ ਵੱਲੋਂ ਫ੍ਰੀ ਮੁਹੱਈਆ ਕੀਤੀਆਂ ਜਾਣ ਤਾਂ ਜੋ ਅਸੀਂ ਆਪਣੀ ਜੋ ਫਸਲ ਹੈ ਸਾਂਭ ਸਕੀਏ। ਜਦੋਂ ਕੋਈ ਬਿਮਾਰ ਹੁੰਦਾ ਸਾਨੂੰ ਬੜੀ ਦੂਰ ਖੜਨਾ ਪੈਂਦਾ, ਕਲਾਨੌਰ ਖੜਨਾ ਪੈਂਦਾ, ਕੋਈ ਸਾਧਨ ਨਹੀਂ ਗਾ। ਸੜਕ ਦਾ ਬਹੁਤ ਮਾੜਾ ਹਾਲ ਆ। ਗੰਨਾ ਵੀ ਨਹੀਂ ਇੱਥੇ ਲਗਾ ਸਕਦੇ ਕਿਉਂਕਿ ਮਿੱਲ ਤਾਂ ਪਹਿਲਾਂ ਹੈ ਨਹੀਂ ਗੀ ਇੱਥੇ, ਅਤੇ ਦੂਰ ਅਸੀਂ ਖੜ ਨਹੀਂ ਸਕਦੇ। ਸੜਕ ਦੀ ਜਿਹੜੀ ਆ ਸਾਨੂੰ ਜ਼ਿਆਦਾ ਜਿਹੜੀ ਸਮੱਸਿਆ ਆ ਰਹੀ ਹੈ। मैं सरताज सिंह, सन ऑफ सरदार कमलजीत सिंह, पिंड रोसा, जिला गुरदासपुर।
ਅੱਧੇ ਤੋਂ ਵੱਧ ਪਿੰਡ ਸਾਡਾ ਬੱਚੇ ਨਿਊ ਜਨਰੇਸ਼ਨ ਤਕਰੀਬਨ ਕੁਝ ਤੇ ਜ਼ਿਆਦਾ ਨਸ਼ਿਆਂ ਵੱਲ ਤੁਰ ਗਏ। ਕਿਉਂ ਤੁਰ ਗਏ? ਕਿ ਉਹਨਾਂ ਨੂੰ ਕੁਝ ਮਿਲਿਆ ਨਹੀਂ। ਜੇ ਇੱਥੇ ਕੁਝ ਮਿਲਦਾ, ਉਹਨਾਂ ਦੇ ਮਾਪਿਓ ਨੂੰ ਦਿਖਦਾ ਕੁਝ, ਉਹਨਾਂ ਨੂੰ ਉਸ ਵੱਲ ਤੋਰਦੇ, ਗਰੀਬੀ ਤੋਂ ਦੂਰ ਰਹਿੰਦੇ। ਗਰੀਬੀ ਦੇ ਵਿੱਚ ਆ ਗਏ, ਪੜ੍ਹਾਇਆ ਮੁਸ਼ਕਲਾਂ ਨਾਲ, ਬਾਅਦ ਵਿੱਚ ਉਹਨਾਂ ਨੂੰ ਉਹ ਨਹੀਂ ਪ੍ਰੋਵਾਈਡ ਕਰ ਸਕੇ ਜੋ ਬੱਚਿਆਂ ਨੂੰ ਚਾਹੀਦਾ ਸੀ, ਤੇ ਉਹ ਬੱਚਿਆਂ ਨੂੰ ਕੁਝ ਨਾ ਹੋਣ ਦੇ ਬਾਵਜੂਦ ਨਸ਼ਿਆਂ ਵੱਲ ਤੁਰ ਪਏ। ਮੈਨੂੰ ਇੰਨਾ ਡਰ ਲੱਗਦਾ ਆਪਣੇ ਬੱਚਿਆਂ ਬਾਰੇ ਗਾਂ ਕਿ ਮੈਂ ਇੱਥੇ ਇਹਨਾਂ ਨੂੰ ਕੀ ਲੈ ਕੇ ਜਾਣਗੇ ਇੱਥੋਂ। ਜੇ ਮੈਂ ਅੱਜ ਸਹੀ ਹਾਂ, ਕੀ ਮੇਰਾ ਕੱਲ੍ਹ ਬੱਚਾ ਸਹੀ ਆ? ਉਹ ਇੱਦਾਂ ਗਲਤ ਚੱਲੇਗਾ। ਮੇਰੀ ਤਾਂ ਹੱਥ ਜੋੜ ਕੇ ਇਹੋ ਹੀ ਦਰਖਾਸਤ ਸਰਕਾਰ ਨੂੰ ਕਿ ਇਹਨਾਂ ਪਿੰਡਾਂ ਬਾਰੇ ਵੀ ਕੁਛ ਸੋਚੋ, ਸਾਨੂੰ ਵੀ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ, ਤਾਂ ਜੋ ਅਸੀਂ ਪੰਜਾਬ ਦੇ ਨਾਲ ਕਦਮ ਲਾ ਕੇ ਤੁਰੀਏ। ਅਸੀਂ ਵੀ ਕਹੀਏ ਕਿ ਅਸੀਂ ਪੰਜਾਬ ਦੇ ਵਸਨੀਕ ਹਾਂ। ਜੇ ਕੋਈ ਬੱਚਾ ਗਾਂ ਵਧਣਾ ਚਾਹੁੰਦਾ, ਕਿਉਂਕਿ ਅੰਮ੍ਰਿਤਸਰ ਲਾ ਲਓ, ਗੁਰਦਾਸਪੁਰ ਲਾ ਲਓ, ਕਿਉਂਕਿ ਉੱਥੇ ਬਹੁਤ ਕੁਛ ਜਾਣ ਦਾ ਖਰਚਾ, ਸਹੂਲਤਾਂ ਹੈ ਨਹੀਂ ਆ। ਬੱਚਾ ਜੇ ਰਾਤ ਬਰਾਤੇ ਕੋਈ ਆਪਣੀ ਗੁੜੀਆ ਜਾਂ ਧੀ ਕਿਸੇ ਦੀ ਪੜ੍ਹਨ ਜਾਂਦੀ ਆ, ਉਹਨੂੰ ਡਰ ਲੱਗਦਾ ਪੜ੍ਹਨ ਤੋਂ ਕਿ ਮੈਂ ਜੇ ਇੱਥੋਂ ਕਲਾਣੋਂ ਅੱਗੇ ਚਲ ਗਈ ਤਾਂ ਮੈਂ ਵਾਪਸ ਕਿੱਦਾਂ ਆਵਾਂਗੀ। ਇਸ ਕਰਕੇ ਮੇਰੀ ਸਰਕਾਰ ਅੱਗੇ ਦਰਖਾਸਤ ਆ ਕਿ ਸਾਡੇ ਕੋਲ ਬਹੁਤ ਇਲਾਕਾ, ਇੱਥੇ ਬਹੁਤ ਜ਼ਮੀਨ ਵਾਧੂ ਆ, ਇੱਥੇ ਲਾਗੇ ਚਾਗੇ ਕੋਈ ਯੂਨੀਵਰਸਿਟੀਆਂ ਖੋਲ੍ਹੋ, ਕੋਈ ਨਿਊ ਜਨਰੇਸ਼ਨ ਵਾਸਤੇ ਕੋਈ ਮਿੱਲ ਖੋਲ੍ਹੋ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਹੋ ਨਾ ਬਾਹਰ ਜਾਣ। ਦੇਖੋ ਅੱਜ ਕੱਲ੍ਹ ਕਿਹੜਾ ਪਿੰਡ ਜਿੱਥੇ ਬੱਸ ਨਹੀਂ ਜਾਂਦੀ। ਅਸੀਂ 2021 'ਚ 22 'ਚ 23 'ਚ ਕਿਹੜੀ ਸਦੀ 'ਚ ਪਹੁੰਚ ਚੁੱਕੇ ਹਾਂ। ਲੋਕਾਂ ਦੇ ਘਰਾਂ ਦੇ ਅੱਗੋਂ ਬੱਸਾਂ ਜਾਂਦੀਆਂ ਨੇ, ਉਹਨਾਂ ਨੂੰ ਇੱਥੋਂ ਤੱਕ ਕਿ ਕੁਰੀਅਰ ਨਹੀਂ ਸਾਡੇ ਪਿੰਡ ਆਉਂਦਾ ਕੁਛ। ਮੇਰੀ ਸਰਕਾਰ ਨੂੰ ਇਹੋ ਦਰਖਾਸਤ ਆ ਕਿ ਕਿਸੇ ਨਾ ਕਿਸੇ ਨੁਮਾਇੰਦਿਆਂ ਨੂੰ ਆਪਣਿਆਂ ਨੂੰ ਇੱਧਰ ਘੱਲਿਆ ਕਰੋ ਜ਼ਰੂਰ, ਕਿ ਇਸ ਪਿੰਡ ਦਾ, ਇਹਨਾਂ ਬਾਰਡਰ ਏਰੀਆ ਦਾ ਸਪੈਸ਼ਲੀ ਲੋਕਾਂ ਦਾ ਹਾਲ ਪੁੱਛਿਆ ਕਰਨ। ਮੈਂ ਉਹਨੂੰ ਦਰਖਾਸਤ ਕਰਾਂਗਾ ਕਿ ਇਹ ਫਸਲਾਂ ਦੀ, ਜਿਹੜੇ ਜੱਟ ਭਰਾ ਬਹੁਤ ਦੁਖੀ ਨੇ ਕਿ ਉਹਨਾਂ ਦੀ ਫਸਲਾਂ ਨੁਕਸਾਨ ਹੋ ਚੁੱਕਾ, ਉਹ ਉਹਨਾਂ ਦਾ ਤੁਸੀਂ ਸਾਰ ਲਓ, ਸਰਕਾਰ ਤੱਕ ਪਹੁੰਚਾਓ, ਤਾਂ ਜੋ ਇਹਨਾਂ ਦਾ ਵੀ ਕੁਝ ਸੁਣੇ, ਇਹਨਾਂ ਨੂੰ ਵੀ ਲੱਗੇ ਕਿ ਅਸੀਂ ਹੁਣ ਸੌਖੇ ਹੋ ਗਏ ਹਾਂ, ਸਾਡਾ ਕੋਈ ਸਰਕਾਰ ਬਾਂਹ ਫੜਦੀ ਆ। ਖੇਤਾਂ ਨਾਲ ਜੁੜੀਆਂ ਸਮੱਸਿਆਵਾਂ ਨਿਰੀਆਂ ਪੂਰੀਆਂ ਇਹ ਨਹੀਂ ਕਿ ਆਪਾਂ ਪਾਣੀ ਕਦੋਂ ਲਾਉਣਾ ਹੈ, ਕਦੋਂ ਆਪਾਂ ਕੀੜੇ ਮਾਰ ਜ਼ਹਿਰ ਦਾ ਇਸਤੇਮਾਲ ਕਰਨਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਕਿ ਸਮੇਂ ਸਿਰ ਆਪਾਂ ਕੰਮ ਕਰਨੇ ਹੈ। ਸਮੇਂ ਸਿਰ ਬੀਜ ਮਿਲਣਾ ਚਾਹੀਦਾ, ਸਮੇਂ ਸਿਰ ਪਾਣੀ ਲੱਗਣਾ ਚਾਹੀਦਾ, ਸਮੇਂ ਸਿਰ ਢੁਕਵੀਂ ਖਾਦ, ਢੁਕਵੀਂ ਦਵਾਈ ਜਿਹੜੀ ਹੈ ਉਹ ਫਸਲ ਨੂੰ ਪੈਣੀ ਚਾਹੀਦੀ ਹੈ। ਇਹਨਾਂ ਸਮੱਸਿਆਵਾਂ ਦਾ ਨਿਪਟਾਰਾ ਸਮੇਂ ਸਿਰ ਹੋਣਾ ਬੜਾ ਜ਼ਰੂਰੀ ਹੈ। ਅਤੇ ਜਦੋਂ ਅਸੀਂ ਬਾਰਡਰ ਦੇ ਇਲਾਕੇ ਦੀ ਗੱਲ ਕਰਨੇ ਆ ਤਾਂ ਕਈ ਵਾਰੀ ਚੈਕਿੰਗ ਦੌਰਾਨ ਸਮੱਸਿਆਵਾਂ ਹੋਰ ਗੰਭੀਰ ਹੋ ਜਾਂਦੀ ਹੈ। ਸਮੱਸਿਆ ਤਾਂ ਹੈ ਵੇ, ਲੇਕਿਨ ਜਦੋਂ ਅਸੀਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਵਾਸਤੇ ਉਪਰਾਲੇ ਕਰਨੇ ਨੇ ਤਾਂ ਗੰਭੀਰਤਾ ਹੋਰ ਵੱਧ ਜਾਂਦੀ ਹੈ। ਸੋ ਸਮਾਂ ਬੜਾ ਅਨੁਕੂਲ ਚਾਹੀਦਾ। ਖੇਤੀ ਜਿਹੜੀ ਹੈ ਕੱਲ੍ਹ ਨਾ ਕਾਲ ਦਾ, ਖੇਤੀ 'ਚ ਇਹ ਗੱਲ ਗਿਣੀ ਜਾਂਦੀ ਹੈ। ਸੋ ਖੇਤੀ ਦੇ ਵਿੱਚ ਸਮੇਂ ਸਿਰ ਕੰਮ ਕਰਨਾ ਬੜਾ ਜ਼ਰੂਰੀ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਵੀ ਇਸ ਇਲਾਕੇ ਦੇ ਵਿੱਚ ਕਿੱਦਾਂ ਦੀ ਕੋਸ਼ਿਸ਼ਾਂ ਹੋਣ ਡਈਆਂ। ਪਿੰਡ ਰੋਸੇ, ਬਲਾਕ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ, ਆਓ ਗੱਲ ਕਰਨੇ ਆ। ਮੈਂ ਜੀ ਲੰਬੜਦਾਰ ਜਗੀਰ ਸਿੰਘ, ਪਿੰਡ ਰੋਸੇ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ। ਅਸੀਂ ਬਿਲਕੁਲ ਬਾਰਡਰ ਤੇ ਆ। ਕੁਝ ਅੱਧੀ ਜ਼ਮੀਨ ਜਿਹੜੀ ਸਾਡੀ ਆ ਉਹ ਤੁਸੀਂ ਬੰਦ ਤੋਂ ਪਾਰ ਹੈ, ਜਿਹਦੇ ਵਿੱਚ ਕਿ ਸਰਕਾਰ ਨੇ BSF ਨੇ ਉਦੋਂ ਕੰਡਿਆਲੀ ਤਾਰ ਲਾਈ, ਜਿਹੜੀ ਗਲਤ ਜਗ੍ਹਾ ਲਾ ਕੇ, ਅਤੇ ਸਾਡੇ ਲੋਕਾਂ ਦਾ ਹੱਕ ਜਿਹੜਾ ਮਤਲਬ ਖੋਇਆ ਗਿਆ। ਸਾਨੂੰ ਉਹਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ, ਕੋਈ ਕੀਮਤ ਨਹੀਂ ਦਿੱਤੀ ਗਈ। ਫਿਰ ਬਾਅਦ 'ਚ ਕਾਨੂੰਨ ਬਣ ਗਿਆ ਜੀ ਵੀ ਇਹ 150 ਮੀਟਰ ਦੂਰ ਖੜਨੀ ਆ। ਹੁਣ ਜੋ 150 ਮੀਟਰ ਦੂਰ ਵੀ ਖੜੀ ਆ, ਉਦੋਂ ਵੀ ਸਾਨੂੰ ਕੁਝ ਨਹੀਂ ਮਿਲਿਆ, ਨਾ ਕਿਸੇ ਕੋਲ ਰਜਿਸਟਰੀ ਕਰਾਈ ਹੈ ਕੋਈ, ਨਾ ਕੁਛ। ਸਭ ਤੋਂ ਵੱਡੀ ਸਾਡੀ ਮੇਨ ਸਾਡੇ ਇਸ ਪਿੰਡ ਦੀ ਅਤੇ ਚੰਦੂ ਬਡਾਲੇ ਪਿੰਡ ਦੀ, ਦੋਵਾਂ ਪਿੰਡਾਂ ਦੀ ਬਹੁਤ ਵੱਡੀ ਜ਼ਿਆਦਾ ਜ਼ਮੀਨ ਆ ਜਿਹੜੀ ਵੇਸਟ ਕਰਾ ਰਹੀ ਹੈ BSF। ਜਦੋਂ ਪਹਿਲਾਂ ਇਹ ਤਾਰ ਲੱਗੀ ਆ ਕੰਡਿਆਲੀ, ਬਿਲਕੁਲ ਤੁਸੀਂ ਬੰਦ ਦੇ ਨਾਲ ਹੀ ਇਹਨਾਂ ਨੇ ਲਾਤੀ। ਕਿਸਾਨਾਂ ਕੋਲ ਕੋਈ ਰਜਿਸਟਰੀ ਨਹੀਂ ਕਰਾਈ ਜ਼ਮੀਨ ਦੀ, ਔਰ 12-13 ਸਾਲ ਜ਼ਿਮੀਂਦਾਰਾਂ ਨੂੰ ਮਿਲਦੇ। ਫਿਰ ਸਾਡੇ ਆਇਡੈਂਟੀ ਕਾਰਡ ਬਣਾਏ ਆ, ਪਰ ਰੋਜ਼ਾਨਾ ਗੇਟ ਖੋਲ੍ਹਣ ਦੀ ਵਾਰੀ ਕਦੀ ਸਾਨੂੰ ਚੰਦੂ ਵਾਲੇ ਜਾਣਾ ਪੈਂਦਾ, ਕਦੀ ਕਿਤੇ ਜਾਣਾ ਪੈਂਦਾ। ਬਹੁਤ ਖੱਜਲ ਖਰਾਬੀ ਪੈਂਦੀ ਹੈ। ਇੱਥੋਂ ਪੁੱਟ ਦਿੱਤੀ ਆ, ਪਰ ਅਜੇ ਵੀ ਜ਼ਿਮੀਂਦਾਰਾਂ ਨੂੰ ਕਬਜ਼ਾ ਨਹੀਂ ਦਿੱਤਾ। ਮੈਂ ਸਤਨਾਮ ਸਿੰਘ, ਸਨ ਆਫ ਦਿਆਲ ਸਿੰਘ, ਅਤੇ ਪਿੰਡ ਰੋਸੇ, ਜ਼ਿਲ੍ਹਾ ਗੁਰਦਾਸਪੁਰ। ਅਤੇ ਮੈਂ ਕਹਿਣਾ ਚਾਹੁੰਦਾ ਵੀ ਚਲੋ ਸਰਕਾਰ ਨੂੰ ਵੀ ਸਾਨੂੰ ਪਿੰਡ ਵਾਸਤੇ ਕੋਈ ਗ੍ਰਾਂਟ ਜਰੀਏ ਜਾਂ ਕਿੱਦਾਂ ਵੀ
ਤੇ ਸਾਡੇ ਪੈਸੇ ਦੇ ਕੇ ਸਾਡੇ ਬੱਚੇ ਗਰਾਊਂਡ ਬਣਾ ਸਕਣ। ਤੇ ਸਾਡੇ ਇੱਕ ਨਹਿਰੀ ਪਾਣੀ ਆ, ਨਹਿਰੀ ਪਾਣੀ ਸਾਡੇ ਪਿੰਡ ਦੇ ਆਉਂਦਾ ਹੀ ਨਹੀਂ ਅਵਲ ਤੇ। ਸਾਡਾ ਪਿੱਛੇ ਤੋਂ ਪਿੱਛੇ ਜਿੰਨੇ ਪਿੰਡ ਆ ਉੱਥੇ ਪੈਲੀਆਂ ਨੂੰ ਪਾਣੀ ਮਿਲਦਾ ਵਾ, ਜਾਣੀ ਕਿ ਸਾਡੀਆਂ ਪੈਲੀਆਂ ਉੱਚੀਆਂ ਹੋਣ ਕਰਕੇ ਨਹਿਰਾਂ ਜਿੱਦਾਂ ਨੀਵੀਆਂ ਨੇ ਤੇ ਪਾਣੀ ਨਹੀਂ ਮਿਲਦਾ। ਤੇ ਕੋਈ ਅਫਸਰ ਆ ਕੋਈ ਸਫਾਈ ਨਹੀਂ ਸਾਡੇ ਨਹਿਰਾਂ ਦੀ ਕਰਦੇ, ਤੇ ਤਾਂ ਜੋ ਸਾਨੂੰ ਸਾਡੀ ਨਹਿਰ ਸਫਾਈ ਕੀਤੀ ਜਾਵੇ ਤੇ ਤਾਂ ਜੋ ਜਿਹੜਾ ਨਹਿਰੀ ਰਾਹ ਵਾ ਉਹ ਵੀ ਬਹੁਤ ਮਾੜਾ ਵਾ, ਰਾਤ ਨੂੰ ਜਾਂ ਦਿਨੇ ਵੀ ਲੰਘਣਾ ਔਖਾ ਹੋਇਆ। ਮੇਰਾ ਨਾਂ ਧੀਰ ਸਿੰਘ ਆ, ਮੇਰਾ ਪਿੰਡ ਬਕੀਵਾ। ਜਦੋਂ ਪੱਠੇ ਵੀ ਲਿਆਉਣੇ ਹੋਣ ਨਾ ਇਹਨਾਂ ਕਿਤੇ ਰੁੱਗ, ਇੱਕ BSF ਕਹਿੰਦੀ ਆ ਵੀ ਅੱਗੋਂ ਜਾੜ ਮਕਾਓ, ਲੁੱਕ ਮਕਾਓ, ਤੇ ਜੇ ਲੁੱਕ ਮਾਰਿਆ ਮਤਲਬ ਪੈਲੀ ਵਾਹੁਣ ਜਾਂਦੇ ਤਾਂ ਨਹੀਂ ਗੇਟ ਖੋਲ੍ਹਦਾ। ਜੇ ਪੱਠੇ ਲਿਆਉਂਦੇ ਤੇ ਉਹਨਾਂ ਤੀਲਾ ਤੀਲਾ ਕਰਕੇ ਆਣ ਕੇ ਗੇਟ ਤੇ ਫੋਲਦੇ ਨੇ, ਤੇ ਜਦੋਂ ਉੱਥੇ ਗੇਟ ਤੇ ਜਾਂਦੇ ਨੇ ਉਦੋਂ ਅੱਜ ਨਹੀਂ ਖੁੱਲ੍ਹਣਾ ਕੱਲ੍ਹ ਖੁੱਲ੍ਹਣਾ। ਇਹੋ ਜਿਹੀਆਂ ਬੜੀਆਂ ਮੁਸ਼ਕਲਾਂ ਤਗੜੀਆਂ ਨੇ। ਦੂਜੀ ਗੱਲ ਇਹ, ਅੱਜ ਤੋਂ ਸਾਲ ਹੋ ਗਿਆ ਮੈਂ ਫਾਈਲ ਦਿੱਤੀ ਆ, ਮੇਰਾ ਅੰਦਰ ਜ਼ਮੀਨ ਆ ਮੇਰੀ 3 ਨੰਬਰ ਗੇਟ ਤੇ, ਹਜੇ ਤੱਕ ਮੇਰਾ ਕਾਰਡ ਨਹੀਂ ਬਣਾਇਆ BSF ਨੇ। ਤੇ ਇਹਦਾ ਮਤਲਬ ਕੀ ਕਾਰਨ ਆ? ਭਾਵੇਂ ਕਿਸੇ ਦੀ ਮਰਲਾ ਹੋਏ 2 ਮਰਲੇ, ਉਹਦਾ ਹੱਕ ਬਣਦਾ ਜਾਣ ਦਾ। ਅਸੀਂ ਮੰਗ ਇਹ ਕਾਰਨ ਆ, ਵੇਖੋ ਇੱਕ ਤੇ ਗੇਟ ਰੋਜ਼ ਖੁੱਲ੍ਹਣਾ ਚਾਹੀਦਾ, ਕਿਸਾਨ ਅੰਦਰ ਜਾਣ, ਆਪਣੀ ਫਸਲ ਬੀਜਣ, ਪੱਠੇ ਲਿਆਉਣ, ਜੋ ਮਰਜ਼ੀ ਕਰਨ। ਸਾਡੀ ਜੀ 9 ਮਰਲੇ ਥਾਂ ਮੇਰਾ, ਜੇ ਮੇਰੀ ਖੁਦ ਜ਼ਮੀਨ ਆ ਭਾਵੇਂ ਥੋੜ੍ਹੀ ਆ ਭਾਵੇਂ ਬਹੁਤੀ ਆ, ਮੇਰਾ ਕਾਰਡ ਬਣਨਾ ਚਾਹੀਦਾ। ਮੈਂ ਪ੍ਰਭ ਸ਼ਰਨ ਸਿੰਘ, ਸਰਪੰਚ ਪਿੰਡ ਰੋਸੇ, ਜ਼ਿਲ੍ਹਾ ਗੁਰਦਾਸਪੁਰ, ਬਲਾਕ ਕਲਾਨੌਰ। ਅਸੀਂ ਬਾਰਡਰ ਤੇ ਰਹਿਣ ਵਾਲੇ ਬੰਦੇ ਹਾਂ, ਸੋ ਅਸੀਂ ਵੀ ਕਈ ਵਾਰੀ ਆਪਣੇ ਤੌਰ ਦੇ ਉੱਤੇ ਵੀ ਸਰਕਾਰਾਂ ਤੱਕ ਅਪਰੋਚ ਕੀਤੀ ਸੀ ਵੀ ਜਿਹੜੀ ਆ ਸਾਡਾ ਰਾਵੀ ਦਰਿਆ ਵਾ, ਉਹ ਜਦੋਂ ਵੀ ਪਹਾੜਾਂ 'ਤੇ ਬਾਰਿਸ਼ਾਂ ਹੁੰਦੀਆਂ ਨੇ ਤੇ ਦਰਿਆ ਵਿੱਚ ਪਿੱਛੋਂ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਵਾ, ਉਹ ਸਾਡੀਆਂ ਫਸਲਾਂ ਜਿਹੜੀਆਂ ਉਹ ਬਰਬਾਦ ਹੋ ਜਾਂਦੀਆਂ ਨੇ। ਸੋ ਅਸੀਂ ਆਪਣੇ ਤੌਰ ਦੇ ਉੱਤੇ ਪੰਚਾਇਤਾਂ ਵੱਲੋਂ ਵੀ ਮਤੇ ਪਾ ਕੇ ਆਪਾਂ ਅੱਗੇ ਭੇਜੇ ਆ ਕਿ ਜਿਹੜਾ ਰਾਵੀ ਦਰਿਆ ਦੇ ਨਾਲ ਸਾਰੇ ਸਟੱਡ ਵੱਜਣੇ ਚਾਹੀਦੇ ਆ। ਪਿਛਲੇ ਸਾਲ ਇਹਨਾਂ ਇੱਕ ਥੋੜ੍ਹਾ ਜਿਹਾ ਬੰਨਿਆ ਚੰਦੂ ਡਾਲੇ, ਉਦੋਂ ਅੱਗੇ ਸਾਰੇ ਰਹਿੰਦੇ ਨੇ, ਕਿਉਂਕਿ ਸਾਡੇ ਰੋਸੇ ਪਿੰਡ ਦੀ ਜਿਹੜੀ ਜ਼ਮੀਨ ਆ ਉਹ ਧੂਸੀ ਤੋਂ ਪਾਰ ਆ ਤੇ ਦਰਿਆ ਦੇ ਮਾਰ ਹੇਠ ਹੈ। ਸੋ ਅਸੀਂ ਕਈ ਵਾਰੀ ਮੰਗ ਕੀਤੀ ਹੈ। ਬਾਕੀ ਬਾਰਡਰ ਏਰੀਏ ਦੇ ਪਿੰਡਾਂ ਨੂੰ ਕੋਈ ਸਹੂਲਤ ਨਹੀਂ ਆ। ਪਹਿਲਾਂ 6 ਕਿਲੋਮੀਟਰ ਦੀ ਪੱਟੀ ਹੁੰਦੀ ਸੀ ਬਾਰਡਰ ਦੀ, ਫਿਰ ਇਹਨਾਂ 16 ਕਿਲੋਮੀਟਰ ਦੀ ਕਰਤੀ, ਹੁਣ ਇਹਨਾਂ 50 ਕਿਲੋਮੀਟਰ ਦੀ ਬਾਰਡਰ ਪੱਟੀ ਕਰਤੀ ਆ। ਬਾਰਡਰ ਪੱਟੀ ਦੇ ਉੱਤੇ ਜਿਹੜੇ ਬਾਰਡਰ ਦੇ ਪਿੰਡਾਂ ਨੂੰ ਸਹੂਲਤਾਂ ਮਿਲਣੀਆਂ ਹੋਣੀਆਂ ਚਾਹੀਦੀਆਂ ਨੇ, ਉਹ ਪਿੱਛੇ ਮਿਲ ਜਾਂਦੀਆਂ ਵਾ, ਬਾਰਡਰ ਦੇ ਲੋਕ ਫਿਰ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ ਨੇ। ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਲੋਕ ਬਾਰਡਰ ਦੇ ਉੱਤੇ ਰਹਿੰਦੇ ਨੇ, ਦੁੱਖ ਤਕਲੀਫਾਂ ਸਭ ਤੋਂ ਉਹਨਾਂ ਨੂੰ ਜ਼ਿਆਦਾ ਨੇ। ਜੇ ਲੜਾਈ ਲੱਗਦੀ ਆ ਤੇ ਤਾਂ ਵੀ ਬਾਰਡਰ ਦੇ ਲੋਕ ਅੱਗੇ, ਜੇ ਪਾਣੀ ਆਉਂਦਾ ਵਾ ਤੇ ਤਾਂ ਵੀ ਬਾਰਡਰ ਦੇ ਲੋਕਾਂ ਨੂੰ ਮਾਰ ਪੈਂਦੀ ਆ। ਸਾਡੇ ਬਾਰਡਰ ਦੇ ਲੋਕਾਂ ਨੂੰ ਇੱਕ ਬੜੀ ਵੱਡੀ ਸਹੂਲਤ ਸੀ ਕਿ ਆਪਣੇ ਘਰ ਦੇ ਉੱਤੋਂ ਬੈਠ ਕੇ ਜਾਣਾ, ਕਿਸੇ ਨੇ ਬਟਾਲੇ ਜਾਣਾ, ਕਿਸੇ ਨੇ ਕਲਾਨੌਰ ਜਾਣਾ, ਕਿਸੇ ਨੇ ਗੁਰਦਾਸਪੁਰ ਜਾਣਾ, ਉਹ ਜਿਹੜੀ ਬੱਸ ਸੀ ਉਹ ਤਕਰੀਬਨ ਕੋਈ 15-20 ਸਾਲ ਤੋਂ ਬੰਦ ਇਹਨਾਂ ਕਰਤੀ ਆ। ਸੋ ਅਸੀਂ ਫਿਰ ਪੁਰਜਰ ਮੰਗ ਕਰਦੇ ਹਾਂ ਕਿ ਜਿਹੜੀ ਬੱਸ ਆ ਇਹ ਦੁਬਾਰਾ ਚਾਲੂ ਕੀਤੀ ਜਾਵੇ, ਕਿਉਂਕਿ ਇਹ ਕਲਾਨੌਰ ਤੋਂ ਲੈ ਕੇ ਲਾਸਟ ਪਿੰਡ ਰੋਸਾ ਵਾ, ਇਹਦੇ ਰਸਤੇ ਦੇ ਵਿੱਚ 8-10 ਪਿੰਡ ਆਉਂਦੇ ਨੇ। ਇੱਕ ਸਾਡੇ ਸੜਕਾਂ ਦੀ ਬੜੀ ਪ੍ਰੋਬਲਮ ਆ, ਜਿਹੜੀਆਂ ਸੜਕਾਂ ਸਾਡੇ ਆ ਉਹ ਘੱਟੋ ਘੱਟ ਜੇ ਬਹੁਤੀਆਂ ਨਹੀਂ ਤਾਂ 22 ਫੁੱਟ ਤੇ ਤਕਰੀਬਨ ਹੋਣੀ ਚਾਹੀਦੀ ਹੈ। ਇੱਥੋਂ ਕੋਈ ਪੜ੍ਹ ਕੇ ਹਰ ਇੱਕ ਬੱਚੇ ਦੀ ਖੁਆਇਸ਼ ਹੈ ਕਿ ਮੈਂ ਭਰਤੀ ਹੋਵਾਂ, ਮੈਂ ਕੋਈ ਨੌਕਰੀ ਕਰਾਂ, ਸੋ ਆਪਣਾ ਘਰ ਚਲਾ ਸਕੇ। ਬਾਰਡਰ ਏਰੀਆ ਦੇ ਬੱਚਿਆਂ ਨੂੰ ਭਰਤੀ ਦੇ ਵਿੱਚ ਕੁਝ ਨਾ ਕੁਝ ਛੋਟ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਆਰਮੀ ਦੇ ਵਿੱਚ ਭਰਤੀ ਆ, ਉਹਦੇ ਵਿੱਚ ਵੀ ਸਾਨੂੰ ਸਾਡਾ ਹੱਕ ਜਿਹੜਾ ਬੱਚਿਆਂ ਨੂੰ ਮਿਲਣਾ ਚਾਹੀਦਾ, ਕੋਈ ਛੋਟ ਦੇਣ। ਇੱਕ ਸਾਡੇ ਡੇਰਾ ਬਾਬਾ ਨਾਨਕ ਤੋਂ ਇੱਥੇ ਟ੍ਰੇਨ ਆਉਂਦੀ ਆ ਅੰਮ੍ਰਿਤਸਰ ਤੋਂ, ਸੋ ਸਾਡੀ ਉਹ ਜਿਹੜੀ ਟ੍ਰੇਨ ਆ ਉਹ ਸਾਡੇ ਕਲਾਨੌਰ ਦੇ ਨਾਲ ਚਲਾਈ ਜਾਵੇ, ਤਾਂ ਜੋ ਗੁਰਦਾਸਪੁਰ ਪਠਾਨਕੋਟ ਜਿੰਨੇ ਜਾਣਾ ਹੋਵੇ ਉਹ ਡੇਰੇ ਤੋਂ ਟ੍ਰੇਨ ਚੱਲੇ ਤੇ ਗੁਰਦਾਸਪੁਰ ਪਠਾਨਕੋਟ ਜਿੰਨੇ ਵੀ ਜਾਣਾ ਹੋਵੇ ਉਹਨੂੰ ਵੀ ਕੋਈ ਸਹੂਲਤ ਮਿਲ ਸਕੇ। ਬਾਕੀ ਸਾਡੇ ਜਿੰਨੀਆਂ ਜ਼ਮੀਨਾਂ ਨੂੰ ਰਾਹ ਜਾਂਦਾ ਧੂਸੀਓਂ ਪਾਰ, ਉਹ ਸਾਰਾ ਰਾਹ ਕੱਚਾ ਵਾ, ਉਹ ਵੀ ਰਾਹ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਜਾਣ ਆਉਣ ਦੀ ਤੰਗੀ ਨਾ ਹੋਵੇ। ਸਾਡੇ ਪੀਣ ਵਾਲਾ ਪਾਣੀ ਜਿਹੜਾ ਵਾ ਉਹ ਹਰ ਇੱਕ ਦੇ ਆਪੋ ਆਪਣੇ ਪ੍ਰੋਸੈਸ ਦੇ ਨਾਲ ਆਪੋ ਆਪਣਾ ਘਰ ਚਲਾਇਆ ਵਾ। ਬਾਕੀ ਪਾਣੀ ਜਿਹੜਾ ਵਾ ਸਾਡੇ ਵਾਟਰ ਸਪਲਾਈ ਦੀ ਟੈਂਕੀ ਹੋਣੀ ਚਾਹੀਦੀ ਆ। ਬਾਕੀ ਸਾਡੇ ਜਿਹੜਾ ਸਕੂਲ ਆ, ਸਕੂਲ ਸਾਡਾ +2 ਤੱਕ ਆ, ਉਹਦੇ ਵਿੱਚ ਟੀਚਰ ਨਹੀਂ ਪੂਰੇ, ਸਾਨੂੰ ਉਹ ਵੀ ਟੀਚਰ ਜਿਹੜੇ ਪੂਰੇ ਕੀਤੇ ਜਾਣ ਸਕੂਲਾਂ ਦੇ ਵਿੱਚ, ਤੇ ਸਕੂਲ ਜਿਹੜਾ ਵਾ ਉਹਨੂੰ ਅਪਗ੍ਰੇਡ ਕੀਤਾ ਜਾਵੇ। ਬਾਕੀ ਸਾਡੇ ਇੱਕ ਡਿਸਪੈਂਸਰੀ ਆ ਪਿੰਡ ਦੇ ਵਿੱਚ, ਆਯੁਰਵੈਦਿਕ ਡਿਸਪੈਂਸਰੀ ਆ, ਉਸ ਵਿੱਚ ਡਾਕਟਰ ਹੀ ਹੈ ਨਹੀਂ ਆ। PAU ਆ, PAU ਨੂੰ ਵੀ ਚਾਹੀਦਾ, ਯੂਨੀਵਰਸਿਟੀਆਂ ਨੂੰ ਚਾਹੀਦਾ ਕਿ ਜਿਹੜੇ ਸਹਾਇਕ ਧੰਦੇ ਨੇ ਉਹਦੇ ਵਿੱਚ ਵੀ ਬੇਰੁਜ਼ਗਾਰਾਂ ਨੂੰ ਮੌਕਾ ਦਿੱਤਾ ਜਾਵੇ। ਜਿੱਦਾਂ ਕਿ ਮੱਖੀ ਫਾਰਮ ਹੋ ਗਿਆ, ਸ਼ਹਿਦ ਮੱਖੀ ਫਾਰਮ ਹੋ ਗਿਆ, ਡੇਅਰੀ ਫਾਰਮਿੰਗ ਹੋ ਗਈ, ਪਿਗ ਫਾਰਮਿੰਗ ਹੋ ਗਈ, ਇਹਦੇ ਵਿੱਚ ਸਾਰੇ ਜਿਹੜੇ ਆ ਇਹਨਾਂ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ, ਅਤੇ ਨਾਲ ਹੀ ਇਹਨਾਂ ਨੂੰ ਕੋਈ
ਇਹਨਾਂ ਦੇ ਵਿੱਚ ਵੀ ਕੋਈ ਜਿਹੜਾ ਕਰਜ਼ਾ ਕੁਰਜ਼ਾ ਲੈਣ ਦਾ ਜਾਂ ਕੋਈ ਆਪਣਾ ਕਾਰੋਬਾਰ ਚਲਾਉਣ ਦੇ ਜਿਹੜਾ ਵਾ ਉਹ ਜਿਹੜੀ ਆ ਉਹ ਛੋਟ ਹੋਣੀ ਚਾਹੀਦੀ ਆ, ਉਹ ਕੋਈ ਸਖਾਲਾ ਕਰਨਾ ਚਾਹੀਦਾ। 121 ਪਰਮਲ ਖਰਾਬ ਹੋ ਗਈ ਆ। ਸੋ ਅਸੀਂ ਯੂਨੀਵਰਸਿਟੀ ਨੂੰ, ਖੇਤੀਬਾੜੀ ਮਾਹਰਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਵਾਰੀ ਆ ਕੇ ਇਹ ਸਾਰੀਆਂ ਫਸਲਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਗੰਨਾ ਸਾਡੀ ਬੜੀ ਮੁੱਖ ਫਸਲ ਸੀ, ਉਹ ਵੀ ਸਾਡੇ ਲੋਕ ਬਹੁਤ ਪਹਿਲਾਂ ਗੰਨਾ ਲਾਉਂਦੇ ਹੁੰਦੇ ਸੀ। ਉਹ ਸੜਕਾਂ ਤੋਂ ਡਰਦਿਆਂ ਹੀ ਐਰਕਾ ਕਿਸੇ ਨੇ ਕੋਈ ਗੰਨਾ ਨਹੀਂ ਲਾਇਆ, ਕਿਉਂਕਿ ਸਾਨੂੰ ਇੱਕ ਮਿੱਲ ਜਿਹੜੀ ਆ, ਮਿੱਲ ਸਾਨੂੰ ਇੱਥੋਂ ਕੋਈ 25 ਕਿਲੋਮੀਟਰ, ਕੋਈ 50 ਕਿਲੋਮੀਟਰ, ਕੋਈ 60 ਕਿਲੋਮੀਟਰ ਤੇ ਪੈਂਦੀ ਆ। ਅਸੀਂ ਇਹ ਚਾਹੁੰਦੇ ਹਾਂ ਕਿ ਗੰਨਾ ਮਿੱਲ ਜਿਹੜੀ ਆ ਕਲਾਨੌਰ ਦੇ ਵਿੱਚ ਲੱਗੇ, ਤਾਂ ਜੋ ਕਿਸਾਨਾਂ ਨੂੰ ਹੋਰ ਸਹਾਇਤਾ ਹੋ ਸਕੇ ਕਿ ਜਿਹੜੀ ਗੰਨੇ ਦੀ ਫਸਲ ਆ ਉਹ ਕਿਸਾਨ ਵਾਸਤੇ ਲਾਹੇਵੰਦ ਫਸਲ ਆ ਅਤੇ ਕਿਸਾਨ ਜਿਹੜਾ ਵਾ ਉਹ ਗੰਨਾ ਲਾਵੇ। ਬਾਕੀ ਐਰਕਾਂ ਜਿੱਦਾਂ ਲੰਪੀ ਸਕੀਮ ਜਿਹੜੀ ਆ ਬਿਮਾਰੀ ਚੱਲੀ ਸੀ, ਉਸ ਵਿੱਚ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ, ਬਹੁਤ ਡੰਗਰ ਜਿਹੜੇ ਮਰੇ ਆ। ਬਾਕੀ ਮਹਿਕਮੇ ਵੱਲੋਂ ਕੋਈ ਕਿਸੇ ਨੂੰ ਕੋਈ ਦਵਾਈ ਨਹੀਂ ਪ੍ਰੋਵਾਈਡ ਕਰਾਈ ਗਈ। ਸਾਡੇ ਪਿੰਡਾਂ 'ਚ ਵਸਦੀਆਂ ਭੈਣਾਂ ਦੀਆਂ ਸਮੱਸਿਆਵਾਂ ਵੀ ਵੱਖਰੀਆਂ ਨੇ। ਆਪਾਂ ਸਾਰੇ ਜਾਣਦੇ ਹਾਂ ਖੇਤੀ ਨਾਲ ਭੈਣਾਂ ਦਾ, ਔਰਤਾਂ ਦਾ ਸਿੱਧਾ ਸੰਬੰਧ ਹੈ, ਚਾਹੇ ਡੇਅਰੀ ਹੈ, ਚਾਹੇ ਹੋਰ ਕੰਮ ਆਪਾਂ ਕਰਨੇ ਆ, ਤੇ ਔਰਤਾਂ ਦੀ ਸ਼ਮੂਲੀਅਤ ਤੋਂ ਬਗੈਰ ਕੰਮ ਸਿਰੇ ਨਹੀਂ ਚੜ੍ਹਦਾ। ਘਰ ਦੀ ਵੀ ਗੱਲ ਕਰੀਏ ਤੇ ਘਰ ਦੇ ਵਿੱਚ ਹੀ ਬੀਬੀਆਂ ਦਾ ਯੋਗਦਾਨ ਪੂਰਾ ਹੁੰਦਾ ਏ। ਇਹ ਵੱਖਰੀ ਗੱਲ ਹੈ ਕਿ ਪਰਦੇ ਪਿੱਛੇ ਆਪਾਂ ਕੰਮ ਕਰਨੀਆਂ ਵਾ, ਪਰ ਜਦੋਂ ਅਸੀਂ ਬਾਰਡਰ ਦੇ ਇਲਾਕੇ ਦੀ ਗੱਲ ਕਰੀਏ, ਅੱਜ ਇਸ ਇਲਾਕੇ 'ਚ ਆਪਾਂ ਆਏ ਹਾਂ ਪਿੰਡ ਰੋਸੇ, ਬਲਾਕ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ। ਇਸ ਇਲਾਕੇ ਦੀਆਂ ਬੀਬੀਆਂ ਦੀਆਂ ਸਮੱਸਿਆਵਾਂ ਕੀ ਨੇ, ਇਹ ਵੀ ਜਾਣਨ ਦੀ ਕੋਸ਼ਿਸ਼ ਆਪਾਂ ਕਰਨੀ ਹੈ। ਗੱਲ ਉਹੀ ਹੈ ਕਿ ਸਮੱਸਿਆਵਾਂ ਜਾਣਾਂਗੇ ਤੇ ਹੱਲ ਨਿਕਲੂ, ਜ਼ਿਕਰ ਕਰਾਂਗੇ ਤੇ ਫਿਕਰ ਹੋਊ। ਤੇ ਆਓ ਗੱਲਾਂ ਕਰਨੀਆਂ ਬੀਬੀਆਂ ਦੇ ਨਾਲ। ਪਰਮਜੀਤ ਕੌਰ, ਪਿੰਡ ਰੋਸਾ, ਜ਼ਿਲ੍ਹਾ ਗੁਰਦਾਸਪੁਰ। ਸਾਡੀਆਂ ਲੜਕੀਆਂ ਪੜ੍ਹ ਲਿਖ ਕੇ ਘਰ ਬੈਠੀਆਂ, ਕੋਈ ਰੁਜ਼ਗਾਰ ਨਹੀਂ ਮਿਲਦਾ ਗੌਰਮੈਂਟ ਵੱਲੋਂ, ਸਾਨੂੰ ਕੋਈ ਸਹੂਲਤ ਨਹੀਂ ਆਉਂਦੀ ਲੜਕੀਆਂ ਦੀ। ਸਹੂਲਤ ਇਹੋ ਹੀ ਹੈ ਵੀ ਬੱਚੇ ਸਾਡੇ ਬੇਰੁਜ਼ਗਾਰ ਬੈਠੇ, ਪੜ੍ਹਾਈਆਂ ਕਰਕੇ ਬੈਠੇ ਨੇ ਘਰੇ, ਨੌਕਰੀ ਦਿੱਤੀ ਜਾਵੇ। ਕੁੜੀਆਂ ਨੂੰ ਚਾਹੀਦਾ ਵੀ ਕਾਲਜ ਵੀ ਇੱਥੇ ਬਣੇ, ਹੋਰ ਕੁੜੀਆਂ ਵੀ ਸਿਲਾਈ ਕਢਾਈ ਸਿੱਖ ਲੈਣਗੀਆਂ ਤੇ ਕੀ ਫਾਇਦਾ ਕਰਨਗੀਆਂ। ਰੁਜ਼ਗਾਰ ਦਿੱਤਾ ਜਾਏ, ਨੌਕਰੀ ਦਿੱਤੀ ਜਾਏ। ਮੈਂ ਜਸਵਿੰਦਰ ਕੌਰ ਬੋਲ ਰਹੀ ਹਾਂ, ਪਿੰਡ ਰੋਸਾ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ। ਸਾਡੇ ਬੱਚੇ ਜਿਹੜੇ ਬੇਰੁਜ਼ਗਾਰ ਹੈਗੇ ਨੇ, ਕੋਈ ਇਹਨਾਂ ਨੂੰ ਨੌਕਰੀ ਨਹੀਂ, ਕੋਈ ਇਹਨਾਂ ਨੂੰ ਸਹੂਲਤ ਨਹੀਂ ਮਿਲ ਰਹੀ। ਇਹਨਾਂ ਸਹੂਲਤਾਂ ਦਿੱਤੀਆਂ ਜਾਣ। ਬੱਚੀਆਂ ਨੂੰ ਵੀ ਚਾਹੀਦੀਆਂ ਸਿਲਾਈ ਕਢਾਈ, ਇਹਨਾਂ ਦਾ ਖੋਲ੍ਹਿਆ ਜਾਵੇ ਕਾਲਜ, ਤੇ ਆਪਣੇ ਬੱਚੀਆਂ ਆਪਣਾ ਰੁਜ਼ਗਾਰ ਕਰਕੇ ਆਪਣਾ ਕਮਾਈ ਕਰ ਸਕਣ। ਬਿਲਕੁਲ ਜੇ ਬਾਰਡਰ ਦੇ ਰਹਿਣ ਵਾਲੇ, ਸਾਨੂੰ ਬਹੁਤ ਤੰਗੀਆਂ ਨੇ। ਇੰਨੀਆਂ ਸਾਡੀਆਂ ਤੰਗੀਆਂ ਜਿਹੜੀਆਂ ਸਾਡੀਆਂ ਮੁਸ਼ਕਲਾਂ ਕੱਢਣੀਆਂ ਚਾਹੀਦੀਆਂ। ਮੇਰਾ ਨਾਮ ਅਮਨਦੀਪ ਕੌਰ ਹੈ, ਪਿੰਡ ਰੋਸੇ, ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ। ਮੈਂ +2 ਕੀਤੀ ਹੈ ਤੇ ਸਾਡਾ ਪਿੰਡ ਜਿਹੜਾ ਉਹ ਬਾਰਡਰ ਦੇ ਕੋਲ ਹੈ। +2 ਤੋਂ ਬਾਅਦ ਸਾਡੇ ਪਿੰਡਾਂ ਦੇ ਲਾਗੇ ਕੋਈ ਵੀ ਕਾਲਜ ਨਹੀਂ ਹੈਗਾ। ਕੁੜੀਆਂ ਬੇਰੁਜ਼ਗਾਰ ਹੀ ਇੱਥੇ ਘਰਾਂ 'ਚ ਰਹਿੰਦੀਆਂ ਨੇ, ਨਾ ਪੜ੍ਹਨ ਵਾਸਤੇ ਕੋਈ ਕਾਲਜ ਲਾਗੇ ਬੰਨੇ ਹੈਗਾ ਹੈ। ਕੁੜੀਆਂ ਲਈ ਕੋਈ ਸਿਲਾਈ ਕਢਾਈ ਵਾਸਤੇ ਸੈਂਟਰ ਹੀ ਖੋਲ੍ਹਿਆ ਜਾਵੇ। ਮੇਰਾ ਨਾਮ ਅਮਨਦੀਪ ਕੌਰ ਹੈ, ਮੈਂ ਰੋਸਾ ਪਿੰਡ, ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ। ਤੇ ਸਾਨੂੰ ਇਹੀ ਇੱਥੋਂ ਪ੍ਰੋਬਲਮ ਆਉਂਦੀ ਹੈ ਵੀ ਜਦੋਂ ਸਾਡੇ ਪਿੰਡ 'ਚ ਕੋਈ ਲੇਡੀਜ਼ ਪ੍ਰੈਗਨੈਂਟ ਹੁੰਦੀ ਹੈ ਤੇ ਸਾਨੂੰ ਹਸਪੀਟਲ ਇੱਥੋਂ ਦੂਰ ਜਾਣਾ ਪੈਂਦਾ ਵਾ, 10-15 ਕਿਲੋਮੀਟਰ, ਤੇ ਇਸ ਦੀ ਸਾਨੂੰ ਸਹਾਇਤਾ ਦਿੱਤੀ ਜਾਵੇ। ਮੈਂ ਪਰਮਜੀਤ ਕੌਰ, ਸਾਡਾ ਪਿੰਡ ਰੋਸੇ ਹੈ, ਕਲਾਨੌਰ ਤੋਂ ਕੋਈ 10-12 ਕਿਲੋਮੀਟਰ ਤੇ ਦੂਰੀ ਤੇ ਆ। ਸਾਡੇ ਪਿੰਡ ਜਦੋਂ ਵੀ ਕਿਸੇ ਨੂੰ ਕੋਈ ਵੀ ਕਿਸੇ ਗੱਲ ਦੀ ਕੋਈ ਐਕਸੀਡੈਂਟ, ਕੋਈ ਵੀ ਕਿਸੇ ਗੱਲ ਦੀ ਕੋਈ ਮੁਸ਼ਕਲ ਆਉਂਦੀ ਹੈ, ਸਾਡੇ ਦੇ ਕੋਈ ਸਹੂਲਤ ਨਹੀਂ ਹੈਗੀ। ਨਾ ਸਾਡੇ ਕੋਈ ਡਾਕਟਰ ਆ ਚੱਜ ਦਾ, ਨਾ ਕੋਈ ਡਿਸਪੈਂਸਰੀ ਆ। ਇਸ ਕਰਕੇ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ। ਮੈਂ ਸੋਨੀਆ ਮਹਾਜਨ, ਪਿੰਡ ਰੋਸੇ, ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ। ਸਾਡਾ ਪਿੰਡ ਰੋਸੇ ਇੱਕ ਬਾਰਡਰ ਏਰੀਆ 'ਤੇ ਸਥਿਤ ਹੈ, ਜੋ ਕਿ ਲਾਸਟ ਬਾਰਡਰ 'ਤੇ ਪਾਕਿਸਤਾਨ ਦੇ ਕੋਲ ਹੈ। ਜਿਵੇਂ ਕਿ ਇੰਟਰਨੈਟ ਦੀ ਸਹੂਲਤ ਹੋਈ, ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਨਾ ਹੀ ਉਹਨਾਂ ਨੂੰ ਇੰਟਰਨੈਟ ਦੀ ਕੋਈ ਵੀ ਸੁਵਿਧਾ ਹੈ, ਨਾ ਹੀ ਉਹ ਆਪਣਾ ਜੋ ਸਟੱਡੀ ਆ ਆਨਲਾਈਨ ਜਿਵੇਂ ਹੋ ਰਹੀ ਹੈ, ਉਹ ਆਪਣੀ ਜੋ ਸਟੱਡੀ ਹੈ ਉਹ ਕਰ ਪਾਉਣ। ਜਿਵੇਂ ਮੈਂ ਆਪਣੀ ਪੜ੍ਹਾਈ ਕੀਤੀ ਤਾਂ ਮੈਨੂੰ ਬਹੁਤ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦਾ ਸਾਹਮਣਾ ਕਰਨਾ ਪਿਆ, ਅਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਵਾਂਗ ਜੋ ਬਾਕੀ ਵੀ ਗਰਲਜ਼ ਨੇ ਉਹਨਾਂ ਨੂੰ ਵੀ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਹੋਏ, ਅਤੇ ਉਹਨਾਂ ਨੂੰ ਜੋ ਵੀ ਸਹੂਲਤ ਨਹੀਂ ਮਿਲ ਰਹੀ, ਸਭ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਆ, ਤਾਂ ਕਿ ਸਾਰੇ ਬੱਚੇ ਪੜ੍ਹ ਪਾਉਣ ਅਤੇ ਉਹ ਸਾਡੇ ਜੋ ਪਿੰਡ ਆ ਇਹਦਾ ਵਿਕਾਸ ਹੋਏ ਅਤੇ ਸਾਰੀ ਜੋ ਸਹੂਲਤਾਂ ਨੇ ਬੱਚਿਆਂ ਨੂੰ ਮਿਲ ਪਾਉਣ।
ਤਾਂ ਕਿ ਉਹ ਅੱਗੇ ਵੱਧ ਪਾਉਣ ਤੇ ਗਰਲਸ ਜਿਹੜੀਆਂ ਨੇ ਉਹ ਵੀ ਅੱਗੇ ਵੱਧ ਕੇ ਆਪਣੇ ਮਾਤਾ ਪਿਤਾ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਪਾਉਣ ਤੇ ਸਭ ਨੂੰ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਪਿਆਰੇ ਕਿਸਾਨ ਵੀਰੋ ਤੇ ਭੈਣੋ, ਅੱਜ ਪਿੰਡ ਰੋਸੇ ਬਲਾਕ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੀਆਂ ਸਮੱਸਿਆਵਾਂ ਤੁਹਾਡੇ ਸਾਹਮਣੇ ਉਜਾਗਰ ਕੀਤੀਆਂ। ਇਹ ਤੁਹਾਡੀ ਕਚਹਿਰੀ 'ਚ ਪੇਸ਼ ਨੇ। ਇਹਨਾਂ ਸਮੱਸਿਆਵਾਂ ਦਾ ਹੱਲ ਵੀ ਆਪਾਂ ਲੱਭਣਾ, ਸਰਕਾਰਾਂ ਨੇ ਸਾਥ ਦੇਣਾ। ਅੱਜ ਇਸ ਬਾਰਡਰ ਦੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਤੁਹਾਡੇ ਮੂਹਰੇ ਆਪਾਂ ਆਏ ਹਾਂ। ਆਸ ਕਰਨੇ ਆ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਜ਼ਰੂਰ ਨਿਕਲੇਗਾ, ਕਿਉਂਕਿ ਜਦੋਂ ਇਸ ਮੰਚ ਦੇ ਜ਼ਰੀਏ ਸਮੱਸਿਆਵਾਂ ਨੂੰ ਲੈ ਕੇ ਆਉਂਦੇ ਆ ਤੇ ਕਿਤੇ ਨਾ ਕਿਤੇ ਸਰਕਾਰੀ ਦਰਬਾਰੇ ਗੱਲ ਪੁੱਜਦੀ ਏ ਤੇ ਗੱਲ ਨੂੰ ਪਹੁੰਚਾਉਣਾ ਸਾਡਾ ਫਰਜ਼ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਇਲਾਕੇ ਦੀ ਵੀ ਤਰੱਕੀ ਹੋਵੇ। ਇਸ ਇਲਾਕੇ ਦੀ ਜਿਹੜੀਆਂ ਸਮੱਸਿਆਵਾਂ ਬਾਰਡਰ ਦੇ ਪਾਰ ਕਿਸਾਨਾਂ ਨੂੰ ਆਉਂਦੀਆਂ, ਤਾਰ ਤੋਂ ਪਾਰ ਜਾਣ ਵੇਲੇ ਜੋ ਸਮੱਸਿਆਵਾਂ ਆਪਾਂ ਨੂੰ ਆਉਂਦੀਆਂ, ਉਹ ਸਮੱਸਿਆਵਾਂ ਦਾ ਨਿਪਟਾਰਾ ਹੋਵੇ ਤਾਂ ਕਿ ਖੇਤੀ ਵੀ ਪ੍ਰਫੁੱਲਤ ਹੋਵੇ। ਖੇਤੀ ਪ੍ਰਫੁੱਲਤ ਹੋਏਗੀ ਤੇ ਕੁਦਰਤੀ ਗੱਲ ਇਹ ਵਿਕਾਸ ਹੋਏਗਾ, ਇਲਾਕੇ ਦੇ ਵਿੱਚ ਖੁਸ਼ਹਾਲੀ ਹੋਏਗੀ। ਸੋ ਇਸ ਆਸ ਨਾਲ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਆਪਾਂ ਜ਼ਰੂਰ ਕੱਢਾਂਗੇ। ਬਹੁਤ ਬਹੁਤ ਮਿਹਰਬਾਨੀ ਜੀ। मातृभूमि पुत्र हम पृथ्व्या, अर्थात धरती हमारी माता है और हम उनके पुत्र। माता और पुत्र के इस पवित्र रिश्ते को सदियों से सींचती आई है हमारी प्राकृतिक कृषि या देसी गौ आधारित कृषि। प्राकृतिक कृषि का अर्थ है बिना रसायन और बाहरी आदानों के प्राकृतिक संसाधनों का खेती के साथ समन्वय। प्राकृतिक कृषि के 5 प्रमुख अंग हैं: विविध प्रकार की मिश्रित फसलें, जीवामृत, बीजामृत एवं घन जीवामृत जैसे आदान जो हमारी देसी गाय के गोबर और गौमूत्र के उत्पाद हैं। आच्छादन या मल्चिंग, मिट्टी में जैव विविधता के संचालन हेतु उचित वायु व नमी। पौध संरक्षण हेतु विभिन्न पौधों के अर्क जैसे नीमास्त्र, दशपर्णी अर्क, नीम अर्क इत्यादि। आइए आजादी के अमृत महोत्सव में मां भारती की धरा को रासायनिक खाद और कीटनाशकों से मुक्त करने का संकल्प ले। दुनिया को स्वस्थ धरती, स्वस्थ जीवन का रास्ता दिखाएं। आज देश ने आत्मनिर्भर भारत का सपना संजोया है। आत्मनिर्भर भारत तभी बन सकता है जब उसकी कृषि आत्मनिर्भर बने। प्राकृतिक खेती से लाभ। प्राकृतिक कृषि अपनाने से भूमि की उपजाऊ क्षमता में वृद्धि होती है। रासायनिक खाद पर निर्भरता कम होने से लागत में कमी आती है। बाजार में प्राकृतिक उत्पादनों की मांग बढ़ने से किसानों की आय में भी वृद्धि होगी तथा सभी के लिए रसायन अवशेष मुक्त खाद मिलता है। भूमि की जल धारण क्षमता बढ़ती है तथा भूमि के जल स्तर में वृद्धि होती है। मिट्टी में खाद्य पदार्थ और जीवन में पानी के माध्यम से होने वाले प्रदूषण में कमी आती है। केंद्र व राज्य सरकारों के प्रयास में प्राकृतिक कृषि को एक जन आंदोलन का रूप दिया जा रहा है। देश के कई गांव प्राकृतिक कृषि को अपना रहे हैं क्योंकि इससे किसानों के जीवन में उन्नति आ रही है। मेरा नाम सत्या है। मैं मेरे 150 पौधा है जिसमें मैं प्राकृतिक खेती की अब स्प्रे कर रही हूँ। अगर जहरीली स्प्रे हम दुकानों से खरीद के करते थे तो उससे हमारे खर्चा ज़्यादा आता था, पैसा भी ज़्यादा लगता था और इसमें हमारे को खर्चा भी कम है और फल भी अच्छा बन रहा है। प्राकृतिक खेती के तरीकों को अपनाने से फसल की उपज में बढ़ोतरी हुई है, मिट्टी की गुणवत्ता में सुधार हुआ है, धरती माता सुखी है। उसे लगता है कि किसान ने बेहतर तरीके से उसका ध्यान रखा है और उसके लिए उसे अच्छा भोजन और अच्छी उपज लौटानी चाहिए। और मेरी लोकल वैरायटी हाइब्रिड और एक ही दिन लगाया था। अब हाइब्रिड में अभी तो कुछ भी नहीं, इसके सिमटन बालियों को ये जो मेरा लोकल है
इसको देखो कितनी अच्छी ढंग से बालियाँ, ये बिल्कुल भरपूर इसमें ये छिट्टा इसका पड़ा हुआ है। इस फसल में मैंने स्प्रे, जब भी इसमें बीज लगाया था तो बीजामृत से मैंने ट्रीट किया था बीज को। उसके बाद जीवामृत जो हमारे गाय, देसी गाय का गोबर गौमूत्र से हम तैयार करते हैं, उसी की स्प्रे इसमें करता हूँ। 21 दिन के बाद पहली स्प्रे, 35 दिन के बाद दूसरी स्प्रे और 2 महीने के बाद तीसरी स्प्रे। बाकी स्प्रे करने की कोई ज़रूरत नहीं है। यही तो है आत्मनिर्भर किसान, जो ला रहे हैं गांव-गांव में समृद्धि और बना रहे हैं आधुनिक आत्मनिर्भर भारत। प्राकृतिक कृषि, आत्मनिर्भर भारत के आत्मनिर्भर किसान की खुशी।